ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦਾ ਜਿਹੜਾ ਸਾਡਾ ਲੈਕਚਰ ਹੋਵੇਗਾ ਉਹ ਹੋਵੇਗਾ ਜੀ ਪ੍ਰੀਵੀਅਸ ਈਅਰ ਕੁਐਸਚਨਸ ਆਫ ਬਾਇਓਲੋਜੀ। ਅੱਜ ਅਸੀਂ PYQs ਆਫ ਬਾਇਓਲੋਜੀ ਨੂੰ ਡਿਸਕਸ ਕਰਾਂਗੇ, ਜਿਹੜੇ ਕਿ ਲਾਸਟ ਈਅਰ ਦੇ ਪੰਜਾਬ ਪੁਲਿਸ ਕਾਂਸਟੇਬਲ ਐਗਜ਼ਾਮ ਦੇ ਵਿੱਚ ਪੁੱਛੇ ਗਏ ਨੇ। ਇਹ ਵਾਲਾ ਐਗਜ਼ਾਮ 2 ਸ਼ਿਫਟ ਦੇ ਵਿੱਚ ਸੀ, ਸੋ ਦੋਨਾਂ ਦੇ ਕੰਪਾਈਲਡ ਬਾਇਓਲੋਜੀ ਦੇ ਕੁਐਸਚਨਸ ਜਿਹੜੇ ਨੇ ਉਹ ਅੱਜ ਅਸੀਂ ਡਿਸਕਸ ਕਰਾਂਗੇ। So first question is, which of the following disease is caused by fungi? First is ringworm, second is cholera, third is tuberculosis, fourth is COVID-19. ਹਿਊਮਨ ਡਿਸੀਜ਼ ਦੀ ਅਗਰ ਗੱਲ ਕਰੀਏ ਤਾਂ ਹਿਊਮਨ ਡਿਸੀਜ਼ ਜਿਹੜਾ ਹੈ ਉਹਦੇ ਬਹੁਤ ਸਾਰੇ ਫੈਕਟਰਸ ਹੋ ਸਕਦੇ ਨੇ। ਉਹ ਵਾਇਰਲ ਵੀ ਹੋ ਸਕਦਾ ਹੈ, ਬੈਕਟੀਰੀਅਲ ਵੀ ਹੋ ਸਕਦਾ ਹੈ, ਪ੍ਰੋਟੋਜ਼ੋਨ ਵੀ ਹੋ ਸਕਦਾ ਹੈ ਐਂਡ ਫੰਗਲ ਵੀ ਹੋ ਸਕਦਾ ਹੈ। ਸੋ ਫੰਗਸ, ਅਗਰ ਅਸੀਂ ਫੰਜਾਈ ਦੀ ਗੱਲ ਕਰੀਏ ਤਾਂ ਫੰਜਾਈ ਇੱਕ ਪਲਾਂਟ ਦੀ ਹੀ ਫਾਰਮ ਹੈ, ਪਲਾਂਟ ਹੀ ਹੈ, ਲੇਕਿਨ ਉਹਦੇ ਕੋਲ ਕਿਸੇ ਵੀ ਤਰ੍ਹਾਂ ਦਾ ਸਟੈਮ ਜਾਂ ਰੂਟਸ ਨਹੀਂ ਹੈ, ਉਹਦੇ ਕੋਲ ਕਿਸੇ ਤਰ੍ਹਾਂ ਦਾ ਕਲੋਰੋਫਿਲ ਨਹੀਂ ਹੈ, ਜਿਹਦੇ ਕਰਕੇ ਉਹ 2 ਮੋਡ ਦੇ ਵਿੱਚ ਹੀ ਖਾਣਾ ਐਬਜ਼ੌਰਬ ਕਰਦਾ ਹੈ, ਜਾਂ ਤਾਂ ਉਹ ਪੈਰਾਸਿਟਿਕ ਹੋਏਗਾ ਜਾਂ ਫਿਰ ਸੈਪਰੋਫਿਟਿਕ ਹੋਏਗਾ। ਪੈਰਾਸਿਟਿਕ ਉਹ ਹੈ ਜਦੋਂ ਕਿਸੇ ਦੂਸਰੇ ਆਰਗੈਨਿਜ਼ਮ ਦੀ ਬਾਡੀ ਦੇ ਉੱਤੇ ਰਹਿ ਕੇ ਉਹਦੇ ਤੋਂ ਨਿਊਟ੍ਰੀਸ਼ਨ ਐਬਜ਼ੌਰਬ ਕਰੇ। ਸੈਪਰੋਫਿਟਿਕ ਉਹ ਹੈ ਜਿਹਦੇ ਵਿੱਚ ਉਹ ਕਿਸੇ ਮਰੀ ਹੋਈ ਜਾਂ ਗਲੀ ਸੜੀ ਚੀਜ਼ ਦੇ ਉੱਤੇ ਰਹਿ ਕੇ ਉਹਦੇ ਤੋਂ ਆਪਣਾ ਨਿਊਟ੍ਰੀਸ਼ਨ ਲਵੇ। ਸੋ ਹਮੇਸ਼ਾ ਫੰਜਾਈ ਜਿਹੜੀ ਆ ਉਹ ਹਮੇਸ਼ਾ ਹਾਰਮਫੁਲ ਹੀ ਨਹੀਂ ਹੁੰਦੀ ਔਰ ਐਜ਼ ਵੈਲ ਐਜ਼ ਹਮੇਸ਼ਾ ਬੈਨੀਫੀਸ਼ੀਅਲ ਵੀ ਨਹੀਂ ਹੁੰਦੀ। ਜੇਕਰ ਮੈਂ ਲੇਮਨ ਲੈਂਗੁਏਜ ਦੇ ਵਿੱਚ ਸਮਝਾਵਾਂ ਤਾਂ ਅਸੀਂ ਆਪਣੇ ਘਰਾਂ ਦੇ ਵਿੱਚ ਖਮੀਰ ਦਾ ਯੂਜ਼ ਕਰਦੇ ਹਾਂ ਭਟੂਰੇ ਬਣਾਉਣ ਦੇ ਲਈ। ਦੈਟ ਇਜ਼ ਆਲਸੋ ਅ ਫਾਰਮ ਆਫ ਫੰਜਾਈ। ਤੁਸੀਂ ਦੇਖਿਆ ਹੋਣਾ ਕਿ ਕਾਫੀ ਦਿਨਾਂ ਤੱਕ ਅਗਰ ਰੋਟੀ ਦਾ ਟੁਕੜਾ ਬਾਹਰ ਰਹਿ ਜਾਏ ਜਾਂ ਬ੍ਰੈਡ ਦਾ ਟੁਕੜਾ ਬਾਹਰ ਰਹਿ ਜਾਏ ਜਾਂ ਸਾਡੇ ਫਲਾਂ ਦੇ ਕੁਝ ਛਿਲਕੇ ਬਾਹਰ ਰਹਿ ਜਾਣ ਤਾਂ ਉਹਨਾਂ ਦੇ ਉੱਤੇ ਇੱਕ ਫਫੂੰਦ ਆ ਜਾਂਦੀ ਹੈ, ਜਿਹਨੂੰ ਆਪਾਂ ਮੋਲਡ ਬੋਲਦੇ ਹਾਂ। ਉਹ ਵੀ ਫੰਗਸ ਦੀ ਹੀ ਇੱਕ ਫਾਰਮ ਆਉਂਦੀ ਹੈ। ਸੋ ਅਗਰ ਅਸੀਂ ਇਹਨਾਂ ਡਿਸੀਜ਼ ਦੀ ਗੱਲ ਕਰੀਏ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ COVID-19 ਜਿਹੜਾ ਹੈ ਉਹ ਇੱਕ ਵਾਇਰਲ ਡਿਸੀਜ਼ ਸੀ। ਉਹ ਇੱਕ ਵਾਇਰਲ ਡਿਸੀਜ਼ ਸੀ ਜਿਹਨੇ ਡਾਇਰੈਕਟਲੀ ਸਾਡੇ ਰੈਸਪੀਰੇਟਰੀ ਸਿਸਟਮ 'ਤੇ ਅਫੈਕਟ ਕੀਤਾ ਸੀਗਾ। ਸੈਕਿੰਡ ਇਜ਼ ਟਿਊਬਰਕਲੋਸਿਸ। ਜੇਕਰ ਆਪਾਂ TB ਦੀ ਗੱਲ ਕਰੀਏ ਤਾਂ TB ਜਿਹੜੀ ਆ ਉਹ ਇੱਕ ਸਾਡੀ ਬੈਕਟੀਰੀਅਲ ਡਿਸੀਜ਼ ਹੈ, ਜਿਹਦਾ ਕਾਜ਼ੇਟਿਵ ਏਜੰਟ ਮਾਈਕੋਬੈਕਟੀਰੀਅਮ ਟਿਊਬਰਕਲੋਸਿਸ ਹੈ, ਜੋ ਕਿ ਸਾਡੇ ਲੰਗਸ ਨੂੰ ਇਨਫੈਕਟ ਕਰਦਾ ਹੈ। ਕੋਲਰਾ ਜਿਹੜਾ ਹੈ ਉਹ ਵੀ ਇੱਕ ਬੈਕਟੀਰੀਅਲ ਡਿਸੀਜ਼ ਹੈ, ਜਿਹਦਾ ਕਾਜ਼ੇਟਿਵ ਏਜੰਟ ਵਿਬਰੀਓ ਕੋਲਰਾ ਹੈ, ਜਿਹੜਾ ਕਿ ਸਾਡੀ ਡਾਇਰੈਕਟ ਆਂਤੜੀਆਂ ਜਿਹਨੂੰ ਆਪਾਂ ਇੰਟੈਸਟਾਈਨ ਬੋਲਦੇ ਹਾਂ ਉਹਨੂੰ ਇਨਫੈਕਟ ਕਰਦਾ ਹੈ। ਲਾਸਟ ਵੱਜਦਾ ਜੀ ਸਾਡਾ ਰਿੰਗਵਰਮ। ਸਾਡੀ ਜਿਹੜੀ ਸਕਿਨ ਹੈ, ਸਕਿਨ ਦੇ ਉੱਤੇ ਦਾਦ ਹੋ ਜਾਂਦੇ ਨੇ, ਦੈਟ ਇਜ਼ ਡਿਊ ਟੂ ਫੰਗਸ। ਸੋ ਦ ਰਾਈਟ ਆਨਸਰ ਆਫ ਦਿਸ ਕੁਐਸਚਨ ਇਜ਼ ਰਿੰਗਵਰਮ। ਸੋ ਸਾਡਾ ਆਨਸਰ ਜਿਹੜਾ ਹੈ ਉਹ ਹੋਵੇਗਾ ਜੀ ਰਿੰਗਵਰਮ। ਸੋ ਲੈਟਸ ਗੋ ਟੂ ਸੈਕਿੰਡ ਕੁਐਸਚਨ। Waste that decays naturally and in a way that is not harmful to the environment is called. ਸੋ ਕੁਐਸਚਨ ਦਾ ਇਹ ਪੁੱਛਣਾ ਇਹ ਹੈ ਕਿ ਉਹ ਵਾਲਾ ਵੇਸਟ ਜਿਹੜਾ ਕਿ ਨੇਚਰ ਦੇ ਵਿੱਚ ਪਿਆ ਖੁਦ ਹੀ ਡਿਕੇ ਹੋ ਜਾਏ, ਖੁਦ ਹੀ ਖਤਮ ਹੋ ਜਾਏ ਔਰ ਇਸ ਤਰ੍ਹਾਂ ਨਾਲ ਕਿ ਇਨਵਾਇਰਮੈਂਟ ਨੂੰ ਕਿਸੇ ਵੀ ਤਰ੍ਹਾਂ ਦਾ ਹਾਨੀਕਾਰਕ ਨਾ ਹੋਵੇ। ਸੋ ਉਹਨੂੰ ਅਸੀਂ ਕੀ ਕਹਿੰਦੇ ਹਾਂ? ਸਾਡੇ ਕੋਲ ਆਪਸ਼ਨਸ ਨੇ ਗ੍ਰੀਨ ਵੇਸਟ, ਰੀਸਾਈਕਲਡ ਵੇਸਟ, ਬਲੂ ਵੇਸਟ ਔਰ ਸੋਇਲ ਵੇਸਟ। ਸੋ ਦੇਖੋ ਜੀ, ਇਸ ਚੀਜ਼ ਨੂੰ ਅਗਰ ਅਸੀਂ ਡਿਸਕਸ ਕਰੀਏ ਤਾਂ ਜਿਹੜਾ ਵੇਸਟ ਹੈ ਉਹਦੀਆਂ 2 ਮੇਨ ਬ੍ਰੌਡ ਕੈਟਾਗਰੀਜ਼ ਆਉਂਦੀਆਂ ਨੇ। ਇੱਕ ਆਉਂਦੀ ਹੈ ਬਾਇਓਡੀਗ੍ਰੇਡੇਬਲ ਅਤੇ ਦੂਸਰੀ ਆਉਂਦੀ ਹੈ ਨਾਨ ਬਾਇਓਡੀਗ੍ਰੇਡੇਬਲ। ਬਾਇਓਡੀਗ੍ਰੇਡੇਬਲ ਵੇਸਟ ਉਹ ਵਾਲਾ ਵੇਸਟ ਹੁੰਦਾ ਹੈ ਜਿਹੜਾ ਕਿ ਆਪਣੇ ਆਪ ਹੀ ਅਪਘਟਿਤ ਹੋ ਜਾਵੇ, ਜਿਹਦੇ ਉੱਤੇ ਮਾਈਕਰੋ ਆਰਗੈਨਿਜ਼ਮਸ ਜਾਂ ਨੇਚਰ ਦੇ ਕੁਝ ਫੈਕਟਰਸ ਕੰਮ ਕਰਨ ਤਾਂ ਉਹ ਆਪਣੇ ਆਪ ਹੀ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਅਪਘਟਿਤ ਹੋ ਜਾਏ। ਜਿੱਦਾਂ ਕਿ ਅਸੀਂ ਦੇਖੀਏ, ਅਗਰ ਸਬਜ਼ੀਆਂ ਦੇ ਛਿਲਕੇ ਕੁਝ ਸਮੇਂ ਤੱਕ ਮਿੱਟੀ ਦੇ ਵਿੱਚ ਪਏ ਰਹਿਣ ਤਾਂ ਉਹ ਖਾਦ ਦੇ ਵਿੱਚ ਹੀ ਕਨਵਰਟ ਹੋ ਜਾਂਦੇ ਨੇ। ਔਰ ਸੈਕਿੰਡ ਔਨ ਦੀ ਅਦਰ ਸਾਈਡ ਜੇਕਰ ਆਪਾਂ ਗੱਲ ਕਰੀਏ ਨਾਨ ਬਾਇਓਡੀਗ੍ਰੇਡੇਬਲ, ਤਾਂ ਨਾਨ ਬਾਇਓਡੀਗ੍ਰੇਡੇਬਲ ਵੇਸਟ ਉਹ ਵਾਲਾ ਵੇਸਟ ਹੁੰਦਾ ਹੈ ਜਿਹਦੇ ਉੱਤੇ ਇਹਨਾਂ ਫੈਕਟਰਸ ਦਾ ਕੋਈ ਇਫੈਕਟ ਨਹੀਂ ਹੁੰਦਾ। ਨਾ ਹੀ ਤਾਂ ਮਾਈਕਰੋ ਆਰਗੈਨਿਜ਼ਮਸ ਉਹਨਾਂ ਨੂੰ ਡੀਗ੍ਰੇਡ ਕਰ ਪਾਉਂਦੇ ਨੇ, ਨਾ ਹੀ ਦੂਸਰੇ ਫੈਕਟਰਸ ਜਿਵੇਂ ਪਲਾਸਟਿਕ। ਉਹ ਬਹੁਤ ਹੀ ਸਾਲਾਂ ਤੱਕ ਐਜ਼ ਮਿੱਟੀ ਦੇ ਵਿੱਚ ਇੱਦਾਂ ਹੀ ਪਿਆ ਰਹਿੰਦਾ ਹੈ।
ਲਿਫਾਫੇ ਲੈ ਲਓ ਪਲਾਸਟਿਕ ਦੇ ਜਾਂ ਕੁਝ ਵੀ ਚੀਜ਼ਾਂ ਨੇ ਪਲਾਸਟਿਕ ਦੀਆਂ, ਉਹ ਬਹੁਤ ਲੰਬੇ ਸਮੇਂ ਤੱਕ ਐਜ਼ ਇਟ ਐਜ਼ ਪਈਆਂ ਰਹਿੰਦੀਆਂ ਨੇ, ਜਿਹਨੂੰ ਆਪਾਂ ਨਾਨ ਬਾਇਓਡੀਗ੍ਰੇਡੇਬਲ ਵੇਸਟ ਬੋਲਦੇ ਹਾਂ। ਸੋ ਜੇਕਰ ਆਪਾਂ ਆਪਸ਼ਨਸ ਨੂੰ ਦੇਖੀਏ, ਫਸਟ ਇਜ਼ ਗ੍ਰੀਨ ਵੇਸਟ। ਸੋ ਓਬਵੀਅਸਲੀ ਗ੍ਰੀਨ ਵੇਸਟ ਉਹ ਵਾਲਾ ਵੇਸਟ ਹੁੰਦਾ ਹੈ ਜਿਹੜਾ ਕਿ ਨੇਚਰ ਦੇ ਵਿੱਚ ਆਪਣੇ ਆਪ ਹੀ ਅਪਘਟਿਤ ਹੋ ਜਾਂਦਾ ਹੈ, ਔਰ ਇਹਦਾ ਕਿਸੇ ਵੀ ਤਰ੍ਹਾਂ ਦਾ ਇਨਵਾਇਰਮੈਂਟ ਨੂੰ ਹਾਰਮ ਨਹੀਂ ਹੁੰਦਾ, ਕਿਉਂਕਿ ਕੀ ਹੁੰਦਾ, ਇਹ ਆਪਣੇ ਆਪ ਦੇ ਵਿੱਚ ਇੱਕ ਖਾਦ ਦਾ ਰੂਪ ਲੈ ਲੈਂਦਾ, ਕੰਪੋਸਟ, ਜਿਹਦੇ ਕਰਕੇ ਸੋਇਲ ਦੀ ਜਿਹੜੀ ਫਰਟੀਲਿਟੀ ਆ ਉਹ ਵੀ ਵੱਧ ਜਾਂਦੀ ਹੈ। ਜੇਕਰ ਆਪਾਂ ਨੈਕਸਟ ਟਰਮ ਦੀ ਗੱਲ ਕਰੀਏ, ਰੀਸਾਈਕਲਡ ਵੇਸਟ। ਰੀਸਾਈਕਲਡ ਵੇਸਟ ਉਹ ਵਾਲਾ ਵੇਸਟ ਹੈ ਜਿਹਦੇ ਵਿੱਚ ਆਪਾਂ ਕਿਸੇ ਚੀਜ਼ ਨੂੰ ਪਹਿਲਾਂ ਹੀ ਯੂਜ਼ ਕੀਤਾ ਹੋਇਆ, ਲੇਕਿਨ ਅਸੀਂ ਉਹ ਸਾਡੇ ਲਈ ਵੇਸਟ ਹੈ, ਅਸੀਂ ਉਹਨੂੰ ਰੀਪ੍ਰੋਸੈਸ ਕਰਾਂਗੇ ਤਾਂ ਕਿ ਉਹਨੂੰ ਰੀਪ੍ਰੋਸੈਸ ਕਰਕੇ ਕੁਝ ਨया ਪ੍ਰੋਡਕਟ ਬਣਾਇਆ ਜਾ ਸਕੇ ਔਰ ਅਸੀਂ ਪੋਲਿਊਸ਼ਨ ਨੂੰ ਘੱਟ ਕਰ ਸਕੀਏ। ਥਰਡ ਹੈ ਬਲੂ ਵੇਸਟ। ਬਲੂ ਵੇਸਟ ਦੇ ਵਿੱਚ ਸਾਡੇ ਕੋਲ ਡਰਾਈ ਵੇਸਟ ਆਉਂਦਾ ਜਿਹੜਾ ਕਿ ਨਾਨ ਬਾਇਓਡੀਗ੍ਰੇਡੇਬਲ ਹੁੰਦਾ। ਮਤਲਬ ਅਸੀਂ ਵੇਸਟ ਨੂੰ ਇਹਨਾਂ ਕੈਟੇਗਰੀਜ਼ ਦੇ ਵਿੱਚ ਕਿਉਂ ਰੱਖਦੇ ਹਾਂ? ਤੁਸੀਂ ਦੇਖਿਆ ਹੋਣਾ ਜਿੱਥੇ ਵੀ ਡੰਪਿੰਗ ਏਰੀਆਜ਼ ਹੋਣ ਜਾਂ ਮੋਸਟਲੀ ਜਿਹੜੀਆਂ ਲੈਬਸ ਹੁੰਦੀਆਂ ਨੇ, ਉਹਨਾਂ ਦੇ ਵਿੱਚ ਕੀ ਚੀਜ਼ ਹੈ, 3 ਤਰ੍ਹਾਂ ਦੇ ਬਿਨ ਲੱਗੇ ਹੁੰਦੇ ਨੇ, ਇੱਕ ਰੈੱਡ ਕਲਰ ਦਾ, ਇੱਕ ਸਾਡੇ ਕੋਲ ਗ੍ਰੀਨ ਐਂਡ ਇੱਕ ਸਾਡੇ ਕੋਲ ਬਲੂ। ਜਿਹੜਾ ਗ੍ਰੀਨ ਹੈ ਉਹਦੇ ਵਿੱਚ ਤਾਂ ਚਲੋ ਅਸੀਂ ਜਿਹੜੇ ਸਾਡੇ ਕੋਲ ਬਾਹਰ ਬਿਨਸ ਲੱਗੇ ਨੇ ਉਹਨਾਂ ਦੇ ਵਿੱਚ ਤਾਂ ਅਸੀਂ ਬਾਇਓਡੀਗ੍ਰੇਡੇਬਲ ਵੇਸਟ ਡਾਲ ਦਿੰਦੇ ਹਾਂ, ਔਰ ਬਲੂ ਦੇ ਵਿੱਚ ਸਾਡੇ ਕੋਲ ਨਾਨ ਬਾਇਓਡੀਗ੍ਰੇਡੇਬਲ ਵੇਸਟ ਆਉਂਦਾ ਹੈ। ਇਹਦਾ ਜਿਹੜਾ ਮੇਨ ਮੋਟਿਵ ਹੈ ਉਹ ਹੈ ਸਾਡੀ ਸੈਗਰੀਗੇਸ਼ਨ, ਤਾਂ ਕਿ ਅਸੀਂ ਆਲਰੇਡੀ ਹੀ ਵੇਸਟ ਨੂੰ ਸੈਗਰੀਗੇਟ ਕਰਕੇ ਰੱਖੀਏ ਤਾਂ ਕਿ ਉਹਨਾਂ ਦਾ ਲਾਸਟ ਦੇ ਵਿੱਚ ਟ੍ਰੀਟਮੈਂਟ ਜਿਹੜਾ ਉਹ ਸਾਡੇ ਕੋਲ ਈਜ਼ੀ ਰਹਿ ਪਾਵੇ। ਸੋਇਲ ਵੇਸਟ। ਸੋਇਲ ਵੇਸਟ ਇਜ਼ ਨਾਟ ਅ ਪਰਟੀਕੂਲਰ ਟਰਮ। ਮੇਨਲੀ ਕੀ ਚੀਜ਼ ਹੈ, ਜਦੋਂ ਕੁਆਲਿਟੀ ਆਫ ਸੋਇਲ ਜਿਹੜੀ ਹੈ ਉਹ ਕੰਪਰੋਮਾਈਜ਼ ਹੋ ਜਾਵੇ, ਕਿਤੇ ਨਾ ਕਿਤੇ ਜਿਹੜੀ ਮਿੱਟੀ ਦੀ ਕੁਆਲਿਟੀ ਹੈ, ਉਹਦੀ ਕੰਪੋਜੀਸ਼ਨ ਹੈ, ਉਹਦਾ ਟੈਕਸਚਰ ਹੈ, ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਮਲੀਨਤਾ ਹੋ ਜਾਵੇ ਤਾਂ ਉਹਨੂੰ ਆਪਾਂ ਸੋਇਲ ਵੇਸਟ ਬੋਲਦੇ ਹਾਂ, ਜਿਹੜਾ ਕਿ ਡਾਇਰੈਕਟਲੀ ਲੀਡ ਕਰਦਾ ਪੋਲਿਊਸ਼ਨ ਨੂੰ। So next question is, which disease among the following does not have a vaccine? ਤੁਸੀਂ ਦੇਖਿਆ ਹੋਣਾ ਕਿ ਜਦੋਂ ਇੱਕ ਬੇਬੀ ਦਾ ਬਰਥ ਹੁੰਦਾ ਹੈ ਤਾਂ ਉਸ ਤੋਂ 2 ਸਾਲਾਂ ਦੇ ਵਿੱਚ ਉਹਨੂੰ ਬਹੁਤ ਸਾਰੇ ਮਲਟੀਪਲ ਇੰਜੈਕਸ਼ਨਸ ਜਿਹੜੇ ਨੇ ਉਹ ਲੱਗਦੇ ਨੇ। ਉਹ ਜਿਹੜਾ ਵੈਕਸੀਨੇਸ਼ਨ ਹੈ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਉਹ ਜਿਹੜੇ ਵੈਕਸੀਨਸ ਨੇ ਉਹ ਸਾਡੀ ਬਾਡੀ ਨੂੰ ਕੁਝ ਬਿਮਾਰੀਆਂ ਨਾਲ ਲੜਨ ਦੀ ਆਲਰੇਡੀ ਸਮਰੱਥਾ ਦੇ ਦਿੰਦੇ ਨੇ। So options are chickenpox, second is hepatitis A, third is hepatitis B, and fourth is HIV. So within a year, 1 ਸਾਲ ਦੇ ਅੰਦਰ ਅੰਦਰ ਇੱਕ ਬੱਚੇ ਦੇ ਜਨਮ ਤੋਂ ਬਾਅਦ ਉਹਨੂੰ ਵੈਰੀਸੈਲਾ ਨਾਮ ਦਾ ਇੱਕ ਇੰਜੈਕਸ਼ਨ ਜਿਹੜਾ ਹੈ, ਵੈਕਸੀਨ ਜਿਹੜਾ ਉਹ ਦਿੱਤਾ ਜਾਂਦਾ ਹੈ, ਜਿਹੜਾ ਕਿ ਅਗੇਂਸਟ ਚਿਕਨਪੌਕਸ ਹੁੰਦਾ ਹੈ। ਅਗਰ ਅਸੀਂ ਹੈਪੇਟਾਈਟਿਸ A ਔਰ ਹੈਪੇਟਾਈਟਿਸ B ਦੀ ਗੱਲ ਕਰੀਏ ਤਾਂ ਹੈਪੇਟਾਈਟਿਸ A ਐਂਡ ਹੈਪੇਟਾਈਟਿਸ B ਦੇ ਵੀ ਇੰਜੈਕਸ਼ਨਸ ਜਿਹੜੇ ਨੇ ਜਾਂ ਵੈਕਸੀਨਸ ਜਿਹੜੇ ਨੇ ਉਹ ਆਲਰੇਡੀ ਇਨ ਮਾਰਕੀਟ ਹੈ। ਹੈਪੇਟਾਈਟਿਸ A ਦੇ ਲਈ ਹੈਪ A ਵੈਕਸੀਨ ਹੁੰਦਾ ਹੈ ਔਰ ਹੈਪੇਟਾਈਟਿਸ B ਦੇ ਲਈ HVB ਜਿਹੜਾ ਵੈਕਸੀਨ ਹੈ ਉਹ ਦਿੱਤਾ ਜਾਂਦਾ ਹੈ। ਲੇਕਿਨ ਅਗਰ ਅਸੀਂ ਗੱਲ ਕਰੀਏ HIV, ਹਿਊਮਨ ਇਮਿਊਨੋ ਡੈਫੀਸ਼ੀਐਂਸੀ ਵਾਇਰਸ, ਜਿਹੜਾ ਕਿ ਕਾਜ਼ੇਟਿਵ ਏਜੰਟ ਹੈ ਏਡਸ ਦਾ, ਜਿਹਦੇ ਕਰਕੇ ਏਡਸ ਹੁੰਦੀ ਹੈ, ਉਹਦਾ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਵੈਕਸੀਨ ਜਿਹੜਾ ਹੈ ਉਹ ਅਜੇ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ ਹੈ, ਹਾਲੇ ਤੱਕ ਡਿਸਕਵਰਡ ਨਹੀਂ ਹੈ। ਦ ਰੀਜ਼ਨ ਇਜ਼ ਕਿਉਂਕਿ HIV ਦਾ ਜਿਹੜਾ ਵਾਇਰਸ ਹੈ ਉਹ ਮਲਟੀਪਲ ਮਿਊਟੇਸ਼ਨਸ ਕਰਦਾ ਹੈ, ਬਹੁਤ ਹੀ ਜਲਦੀ ਮਿਊਟੇਟ ਹੋ ਜਾਂਦਾ ਹੈ, ਜਿਹਦੇ ਕਰਕੇ ਉਹਦੇ ਅਗੇਂਸਟ ਇੱਕ ਪਰਟੀਕੂਲਰ ਵੈਕਸੀਨ ਬਣਾਉਣਾ ਇਜ਼ ਵੈਰੀ ਡਿਫਿਕਲਟ। ਸੋ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਸਾਡਾ HIV ਹੋਏਗਾ। ਆਈ ਹੋਪ ਕਿ ਤੁਹਾਨੂੰ ਇਹ ਪੁਆਇੰਟ ਸਮਝ ਆ ਗਿਆ ਹੋਏਗਾ। Next is, which among the following is not an arthropoda from animal kingdom classification? ਇਹਦੀਆਂ options ਨੇ, first is silkworm, second is honeybee, third is king crab, fourth is earthworm. Animal kingdom ਦੇ ਵਿੱਚ ਆਰਥਰੋਪੋਡਾ ਇੱਕ ਫਾਈਲਮ ਹੈ। ਈਵਨ ਅਸੀਂ ਵੀ ਐਨੀਮਲ ਕਿੰਗਡਮ ਦੇ ਅੰਦਰ ਹੀ ਆਉਂਦੇ ਹਾਂ, ਲੇਕਿਨ ਆਰਥਰੋਪੋਡ ਫਾਈਲਮ ਉਹ ਵਾਲਾ ਫਾਈਲਮ ਹੈ ਜਿਹਦੇ ਵਿੱਚ ਉਹਨਾਂ ਆਰਗੈਨਿਜ਼ਮਸ ਨੂੰ ਕੰਸੀਡਰ ਕੀਤਾ ਜਾਂਦਾ ਹੈ ਜਿਨ੍ਹਾਂ ਦੀਆਂ ਅਪੈਂਡੇਜਸ ਜੁੜੀਆਂ ਹੋਈਆਂ ਹੁੰਦੀਆਂ ਨੇ। ਆਰਥਰੋਪੋਡਾ ਦਾ ਮਤਲਬ ਹੀ ਇਹ ਹੈ, ਉਹ 2 ਵਰਡਸ ਤੋਂ ਜੁੜ ਕੇ ਬਣਿਆ, ਆਰਥਰੋ ਐਂਡ ਪੋਡਾ। ਆਰਥਰੋ ਦਾ ਮਤਲਬ ਹੈ ਜੁਆਇੰਟ, ਪੋਡਾ ਦਾ ਮਤਲਬ ਹੈ ਅਪੈਂਡੇਜਸ, ਜਿਨ੍ਹਾਂ ਦੀਆਂ ਅਪੈਂਡੇਜਸ
ਜੁੜੀਆਂ ਹੋਈਆਂ ਹੋਣ ਉਹਨਾਂ ਨੂੰ ਆਰਥਰੋਪੋਡਸ ਬੋਲਿਆ ਜਾਂਦਾ ਹੈ। ਔਰ ਆਰਥਰੋਪੋਡਸ ਜਿਹੜੇ ਨੇ ਹੁਣ ਤੱਕ ਦੀ ਜਿੰਨੀਆਂ ਵੀ ਸਪੀਸੀਜ਼ ਜਾਣੀਆਂ ਗਈਆਂ ਨੇ, ਜਿਹੜੀਆਂ ਕਿ ਨੋਨ ਨੇ, ਜਿਹੜੀਆਂ ਕਿ ਹੋਂਦ 'ਚ ਨੇ, ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਹੈ, ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਡਾਇਵਰਸਿਟੀ ਇਸੇ ਫਾਈਲਮ ਦੇ ਵਿੱਚ ਦੇਖੀ ਗਈ ਹੈ। ਸੋ ਆਰਥਰੋਪੋਡਸ ਦੀ ਸਭ ਤੋਂ ਜ਼ਿਆਦਾ ਡਾਇਵਰਸਿਟੀ ਹੈ। ਸੈਕਿੰਡ, ਇਹਨਾਂ ਦੀ ਬਾਡੀ ਸੈਗਮੈਂਟਡ ਔਰ ਇਹਨਾਂ ਦੇ ਕੋਲ ਪੇਅਰਡ ਅਪੈਂਡੇਜਸ ਹੁੰਦੀਆਂ ਨੇ। ਐਂਡ ਇਹਨਾਂ ਦਾ ਇੱਕ ਹੋਰ ਵੀ ਬਹੁਤ ਹੀ ਇੰਪੋਰਟੈਂਟ ਫੈਕਟਰ ਹੁੰਦਾ ਹੈ ਕਿ ਇਹ ਮੋਲਟਿੰਗ ਸ਼ੋ ਕਰਦੇ ਨੇ। ਮੋਲਟਿੰਗ ਇਸ ਕਿ ਇਹਨਾਂ ਦੀਆਂ ਅਲੱਗ-ਅਲੱਗ ਲਾਈਫ ਦੀਆਂ ਸਟੇਜਸ ਹੁੰਦੀਆਂ ਨੇ, ਲਾਰਵਾ, ਪਿਓਪਾ ਐਂਡ ਦੈਨ ਜਿੱਦਾਂ ਇੱਕ ਬਟਰਫਲਾਈ ਹੋ ਗਈ, ਸਿਲਕ ਵਰਮ ਵੀ ਆਰਥਰੋਪੋਡਾ ਦੇ ਵਿੱਚ ਹੀ ਆਉਂਦਾ ਹੈ। ਹਨੀ ਬੀ ਇਜ਼ ਆਲਸੋ ਅੰਡਰ ਫਾਈਲਮ ਆਰਥਰੋਪੋਡਾ। ਕਿੰਗ ਕਰੈਬ ਵੀ ਆਰਥਰੋਪੋਡ ਦੇ ਵਿੱਚ ਆਉਂਦਾ ਹੈ। ਲੇਕਿਨ ਜੇਕਰ ਅਸੀਂ ਗੱਲ ਕਰੀਏ ਅਰਥਵਰਮ ਦੀ, ਤਾਂ ਅਰਥਵਰਮ ਦੀ ਜਿਹੜੀ ਬਾਡੀ ਹੈ ਉਹ ਸਾਡੇ ਕੋਲ ਸੌਫਟ ਬਾਡੀ ਆਉਂਦੀ ਹੈ ਉਹਦੀ, ਔਰ ਇਹ ਐਨਾਲਿਡ ਦੀ ਫਾਈਲਮ ਦੇ ਵਿੱਚ ਆਉਂਦਾ ਹੈ। ਇਹ ਐਨਾਲਿਡਸ ਦੇ ਵਿੱਚ ਕੰਸੀਡਰ ਕੀਤਾ ਜਾਂਦਾ ਹੈ। ਇਹਨਾਂ ਦੇ ਵਿੱਚ ਲੌਂਗੀਟਿਊਡਨਲ ਔਰ ਸਰਕੂਲਰ ਮਸਲਸ ਹੁੰਦੇ ਨੇ ਜਿਹੜੀ ਕਿ ਇਹਦੀ ਲੋਕੋਮੋਸ਼ਨ ਦੇ ਵਿੱਚ ਹੈਲਪ ਕਰਦੇ ਨੇ। ਐਨਾਲਿਡ ਦਾ ਮਤਲਬ ਹੀ ਐਨੂਲਸ ਹੈ, ਮਤਲਬ ਲਿਟਲ ਰਿੰਗਸ, ਬਾਡੀ ਦੇ ਉੱਤੇ ਛੋਟੇ ਛੋਟੇ ਰਿੰਗਸ ਹੋਣਗੇ। ਸੋ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਸਾਡਾ ਅਰਥਵਰਮ ਹੋਏਗਾ। ਨੈਕਸਟ ਅਗਰ ਅਸੀਂ ਗੱਲ ਕਰੀਏ, ਕੁਐਸਚਨ ਇਜ਼ ਹਿਊਮਨ ਬਲੱਡ ਹੈਜ਼ all of the following components except, ਕਿ ਹਿਊਮਨ ਦਾ ਜਿਹੜਾ ਬਲੱਡ ਹੈ ਉਹਦੇ ਕੋਲ ਸਾਰੇ ਹੀ ਕੰਪੋਨੈਂਟਸ ਨੇ ਐਕਸੈਪਟ, ਇਸ ਨੂੰ ਛੱਡ ਕੇ। blue blood cells, second is red blood cells, third is white blood cells, fourth is platelets। ਅਗਰ ਅਸੀਂ ਹਿਊਮਨ ਬਲੱਡ ਦੀ ਗੱਲ ਕਰੀਏ ਤਾਂ ਮੇਨਲੀ ਉਹਦੇ 3 ਕੰਪੋਨੈਂਟਸ ਹੁੰਦੇ ਨੇ, RBCs, WBCs ਐਂਡ ਪਲੇਟਲੈਟਸ। RBCs ਜਿਨ੍ਹਾਂ ਨੂੰ ਆਪਾਂ ਰੈੱਡ ਬਲੱਡ ਸੈਲਸ ਬੋਲਦੇ ਹਾਂ, ਜਿਨ੍ਹਾਂ ਦਾ ਦੂਸਰਾ ਨਾਮ ਐਰੀਥਰੋਸਾਈਟ ਵੀ ਹੈ। ਸਾਡੀ ਬਾਡੀ ਦੇ ਵਿੱਚ ਜਿੰਨਾ ਵੀ ਆਕਸੀਜਨ ਔਰ ਕਾਰਬਨ ਡਾਈਆਕਸਾਈਡ ਦਾ ਐਕਸਚੇਂਜ ਹੈ ਉਹ RBCs ਦਾ ਹੀ ਕੰਮ ਹੈ। ਔਰ ਨੈਕਸਟ ਚੀਜ਼ ਕਿ ਅਗਰ ਅਸੀਂ ਇਹਦਾ ਕੰਸੀਡਰ ਕਰਦੇ ਤਾਂ ਸਾਡੀ ਬਲੱਡ ਦਾ ਜਿਹੜਾ ਰੈੱਡ ਕਲਰ ਹੈ ਦੈਟ ਇਜ਼ ਆਲਸੋ ਡਿਊ ਟੂ RBCs। ਨੈਕਸਟ ਹੈ WBCs। WBCs ਜਿਨ੍ਹਾਂ ਨੂੰ ਆਪਾਂ ਵਾਈਟ ਬਲੱਡ ਸੈਲਸ ਬੋਲਦੇ ਹਾਂ, ਇਹਨਾਂ ਨੂੰ ਲਿਊਕੋਸਾਈਟਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸਾਡੀ ਬਾਡੀ ਦੀ ਆਰਮੀ ਹੈ, ਇੱਕ ਤਰ੍ਹਾਂ ਨਾਲ ਫੌਜ ਦੀ ਤਰ੍ਹਾਂ ਨਾਲ ਕੰਮ ਕਰਦੇ ਨੇ। ਸਾਡੀ ਬਾਡੀ ਦੇ ਵਿੱਚ ਆਉਣ ਵਾਲੀ ਬਿਮਾਰੀਆਂ ਤੋਂ ਸਾਨੂੰ ਰੱਖਿਆ ਦਿੰਦੇ ਨੇ। ਸੋ ਇਹ ਸਾਡੇ ਇਮਿਊਨ ਸਿਸਟਮ ਦਾ ਮੇਨ ਰੋਲ WBCs ਹੀ ਨਿਭਾਉਂਦੇ ਨੇ। ਨੈਕਸਟ ਇਜ਼ ਪਲੇਟਲੈਟਸ। ਪਲੇਟਲੈਟਸ ਨੂੰ ਥ੍ਰੋਮਬੋਸਾਈਟਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਤੁਸੀਂ ਦੇਖਿਆ ਹੋਣਾ ਹੈ ਕਿ ਅਗਰ ਸਾਡੀ ਬਾਡੀ ਦੇ ਵਿੱਚ ਕਿਤੇ ਵੀ ਕੋਈ ਖਰੋਚ ਵੀ ਆ ਜਾਏ ਤਾਂ ਥੋੜ੍ਹੇ ਟਾਈਮ ਬਲੱਡ ਨਿਕਲਣ ਤੋਂ ਬਾਅਦ ਆਪਣੇ ਆਪ ਹੀ ਉਹ ਜਿਹੜਾ ਬਲੱਡ ਹੈ ਉਹ ਨਿਕਲਣਾ ਬੰਦ ਹੋ ਜਾਂਦਾ ਹੈ, ਉਹਦਾ ਜਿਹੜਾ ਰਿਲੀਜ਼ ਹੈ ਉਹ ਬੰਦ ਹੋ ਜਾਂਦਾ ਹੈ। ਸੋ ਬਲੱਡ ਨੂੰ ਕਲੌਟਿੰਗ ਕਰਨ ਦਾ ਜਿਹੜਾ ਮੇਨ ਰੋਲ ਹੈ ਉਹ ਸਾਡੇ ਕੋਲ ਪਲੇਟਲੈਟਸ ਦਾ ਹੁੰਦਾ ਹੈ। ਸੋ ਅਗਰ ਅਸੀਂ ਇਸ ਕੁਐਸਚਨ ਦੇ ਅਕੋਰਡਿੰਗ ਚੱਲੀਏ ਤਾਂ ਸਾਡੇ ਕੋਲ ਸੈਕਿੰਡ, ਥਰਡ ਐਂਡ ਫੋਰਥ ਆਪਸ਼ਨਸ ਆਰ ਟਰੂ, ਲੇਕਿਨ ਸਾਡੀ ਬਾਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਬਲੂ ਬਲੱਡ ਸੈਲਸ ਨਹੀਂ ਹੁੰਦੇ। ਸੋ ਸਾਡਾ ਆਨਸਰ ਜਿਹੜਾ ਹੈ ਉਹ ਕੀ ਹੋਏਗਾ, ਫਰਸਟ ਆਪਸ਼ਨ। ਠੀਕ ਹੈ ਜੀ। ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ what are the animals of animal kingdom that possess backbone। ਸੋ ਕਹਿੰਦਾ ਕਿ ਐਨੀਮਲ ਕਿੰਗਡਮ ਦੇ ਕਿਹੜੇ ਐਨੀਮਲਸ ਨੇ ਜਿਨ੍ਹਾਂ ਦੇ ਕੋਲ ਬੈਕਬੋਨ ਹੁੰਦੀ ਹੈ, ਜਿਹਨੂੰ ਆਪਾਂ ਰੀੜ੍ਹ ਦੀ ਹੱਡੀ ਗੱਲ ਕਹਿੰਦੇ ਹਾਂ। ਸੋ ਇਹਦਾ ਬਹੁਤ ਹੀ ਡਾਇਰੈਕਟ ਆਨਸਰ ਆਉਂਦਾ ਹੈ ਕਿ ਜੀ ਉਹਦੇ ਵਿੱਚ ਅਸੀਂ ਆਉਂਦੇ ਹਾਂ, ਅਸੀਂ ਹਿਊਮਨਸ ਆਉਂਦੇ ਹਾਂ ਜਿਨ੍ਹਾਂ ਦੇ ਕੋਲ ਵਰਟੀਬਰਲ ਹੈ, ਵਰਟੀਬਰਲ ਕਾਲਮ ਹੈ, ਜਿਹਨੂੰ ਅਸੀਂ ਸਪਾਈਨਲ ਕਾਰਡ ਬੋਲਦੇ ਹਾਂ। ਸੋ ਸਾਡੇ ਕੋਲ ਕਿਹੜੇ ਐਨੀਮਲਸ ਨੇ, ਦੈਟ ਇਜ਼ ਥਰਡ ਆਪਸ਼ਨ, ਵਰਟੀਬਰੇਟਸ। ਸੋ ਅਗਰ ਵਰਟੀਬਰੇਟਸ ਦੇ ਆਪਾਂ ਕਰੈਕਟਰਿਸਟਿਕਸ ਦੀ ਗੱਲ ਕਰੀਏ ਤਾਂ ਇਹਨਾਂ ਦੇ ਕੋਲ ਇੱਕ ਵਰਟੀਬਰਲ ਕਾਲਮ ਹੁੰਦੀ ਹੈ ਜਿਹਦੇ ਅੰਦਰ ਸਾਡੇ ਕੋਲ ਨਰਵ ਕਾਰਡ ਹੁੰਦਾ ਹੈ, ਔਰ ਉਹਦੇ ਨਾਲ ਉਹ ਕਾਲਮ ਦੇ ਕੁਝ ਸੈਗਮੈਂਟਸ ਵੀ ਹੁੰਦੇ ਨੇ ਜਿਹਨੂੰ ਆਪਾਂ ਮਣਕੇ ਬੋਲਦੇ ਹਾਂ। ਔਰ ਇਹਦੇ ਨਾਲ ਨਾਲ ਇੱਕ ਸਕਲ ਵੀ ਹੁੰਦਾ ਹੈ। ਸਕਲ ਇਜ਼ ਮੇਨਲੀ ਜਿਹੜਾ ਸਾਡੇ ਬ੍ਰੇਨ ਦੀ ਆਊਟਰ ਕਵਰਿੰਗ ਹੈ, ਜਿਹਨੂੰ ਆਪਾਂ ਕਰੈਨਮ ਵੀ ਬੋਲਦੇ ਹਾਂ। ਸੋ ਵਰਟੀਬਰੇਟਸ ਦੇ ਮੇਨ ਕਰੈਕਟਰਿਸਟਿਕਸ ਇਹ ਨੇ। ਸੋ ਉਹ ਵਾਲੇ ਐਨੀਮਲਸ ਜਿਨ੍ਹਾਂ ਦੇ ਕੋਲ ਬੈਕਬੋਨ ਹੈ ਉਹਨੂੰ ਅਸੀਂ ਵਰਟੀਬਰੇਟਸ ਦੇ ਨਾਮ ਨਾਲ ਜਾਣਦੇ ਹਾਂ।
आई होप कि तुहानूं ये वाला क्वेश्चन समझ आ गया होएगा। So next is, which of the following disease is caused by high fluoride concentration in ground drinking water? देखो कहता कि अगर ਜ਼ਮੀਨ ਦੇ ਵਿੱਚੋਂ ਜਿਹੜਾ ਜ਼ਮੀਨੀ ਡਰਿੰਕਿੰਗ ਵਾਟਰ ਹੈ ਅਗਰ ਉਹਦੇ ਵਿੱਚ ਫਲੋਰਾਈਡ ਦੀ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਕਿਹੜੀ ਡਿਸੀਜ਼ ਹੁੰਦੀ ਹੈ? ਫਰਸਟ ਇਜ਼ ਫਲੋਰੋਸਿਸ, ਸੈਕੰਡ ਇਜ਼ ਬੋਟੂਲਿਜ਼ਮ, ਥਰਡ ਇਜ਼ ਗਿਆਰਡੀਆ, ਫੋਰਥ ਇਜ਼ ਐम्बियोसिस। सो डायरैक्टली दी ऑप्शन इज़ फ्लोरोसिस। फ्लोरोसिस वो बीमारी है ਜਿਹੜੀ ਕਿ ਪੀਣ ਵਾਲੇ ਪਾਣੀ ਦੇ ਵਿੱਚ ਅਗਰ ਫਲੋਰਾਈਡ ਦੀ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਹੀ ਉਹ ਹੁੰਦੀ ਹੈ। ਔਰ ਸੈਕੰਡ ਆਪਸ਼ਨ ਦੀ ਅਗਰ ਅਸੀਂ ਬੋਟੂਲਿਜ਼ਮ ਦੀ ਗੱਲ ਕਰੀਏ ਤਾਂ ਬੋਟੂਲਿਜ਼ਮ ਇੱਕ ਬੈਕਟੀਰੀਅਲ ਇਨਫੈਕਸ਼ਨ ਹੈ ਜਿਹੜਾ ਕਿ ਕਲੋਸਟ੍ਰੀਡੀਅਮ ਬੋਟੂਲਿਨਮ ਨਾਮ ਦੇ ਬੈਕਟੀਰੀਆ ਦੇ ਥਰੂ ਸਪਰੈਡ ਕੀਤਾ ਜਾਂਦਾ ਹੈ। ਗਿਆਰਡੀਆ ਜਿਹੜਾ ਹੈ ਉਹ ਇੱਕ ਪ੍ਰੋਟੋਜ਼ੋਨ ਇਨਫੈਕਸ਼ਨ ਹੈ ਜਿਹੜੀ ਕਿ ਸਾਡੀ ਇੰਟੈਸਟਾਈਨ ਨੂੰ ਇਨਫੈਕਟ ਕਰਦੀ ਹੈ। ਲਾਸਟ ਇਜ਼ ਅਮੀਬੋਸਿਸ। ਅਮੀਬੋਸਿਸ ਜਿਹੜਾ ਹੈ ਉਹ ਇੱਕ ਪ੍ਰੋਟੋਜ਼ੋਨ ਬਿਮਾਰੀ ਹੈ ਜਿਹੜੀ ਕਿ ਐਂਟ ਅਮੀਬਾ ਹਿਸਟੋਲਿਟਿਕਾ ਨਾਮ ਦੇ ਸਪੀਸੀਜ਼ ਦੇ ਥਰੂ ਸਪਰੈਡ ਕੀਤੀ ਜਾਂਦੀ ਹੈ। ਸੋ ਦਾ ਆਨਸਰ ਇਜ਼ ਫਲੋਰੋਸਿਸ। ਪਾਣੀ ਦੇ ਪੀਣ ਵਾਲੇ ਪਾਣੀ ਦੇ ਵਿੱਚ ਅਗਰ ਫਲੋਰਾਈਡ ਦੀ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਫਲੋਰੋਸਿਸ ਨਾਮ ਦੀ ਬਿਮਾਰੀ ਹੁੰਦੀ ਹੈ। So next question is, at which part of the eye is the image of an object form? ਕਹਿੰਦਾ ਹੈ ਕਿ ਇੱਕ ਸਾਡੀ ਹਿਊਮਨ ਦੀ ਜਿਹੜੀ ਆਈ ਹੈ ਉਹਦੇ ਕਿਹੜੇ ਪਾਰਟ ਦੇ ਉੱਤੇ ਇੱਕ ਆਬਜੈਕਟ ਜਿਹੜੀ ਹੈ ਉਹਦੀ ਇਮੇਜ ਬਣਦੀ ਹੈ। ਸੋ ਅਗਰ ਅਸੀਂ ਆਪਣੀ ਹਿਊਮਨ ਆਈ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਾਡੇ ਕੋਲ 3 ਲੇਅਰਸ ਆਉਂਦੀਆਂ ਨੇ। ਫਰਸਟ ਇਜ਼ ਸੈਕਲੇਰੋਟਿਕ, ਸੈਕੰਡ ਇਜ਼ ਕੋਰੋਇਡ, ਥਰਡ ਇਜ਼ ਰੈਟੀਨਾ। ਸੋ ਰੈਟੀਨਾ ਜਿਹੜੀ ਹੈ ਉਹ ਸਾਡੇ ਕੋਲ ਇਨਰ ਮੋਸਟ ਔਰ ਥਰਡ ਲੇਅਰ ਆਉਂਦੀ ਹੈ ਜਿਹੜੀ ਕਿ ਸਾਡੀ ਅੱਖ ਦੇ ਸਭ ਤੋਂ ਅੰਦਰ ਹੈ ਔਰ ਸਾਡੀ ਕਿਸੇ ਵੀ ਚੀਜ਼ ਨੂੰ ਦੇਖਦੇ ਹੋਏ ਉਹਦੀ ਜਿਹੜੀ ਇਮੇਜ ਹੈ ਉਹ ਸਾਡੇ ਰੈਟੀਨਾ 'ਤੇ ਬਣਦੀ ਹੈ। ਸੋ ਇਹਦਾ ਡਾਇਰੈਕਟ ਆਨਸਰ ਇਜ਼ ਰੈਟੀਨਾ। ਠੀਕ ਹੈ ਜੀ। ਜੇਕਰ ਮੈਂ ਬਾਕੀ ਆਈ ਦੇ ਪਾਰਟਸ ਨੂੰ ਐਕਸਪਲੇਨ ਕਰਾਂ ਤਾਂ ਸਕਲੀਰਾ, ਤੁਸੀਂ ਆਪਣੀ ਆਈ ਨੂੰ ਅਗਰ ਡਾਇਰੈਕਟ ਕਿਸੇ ਦੀ ਵੀ ਅੱਖ ਨੂੰ ਦੇਖੋ ਤਾਂ ਇੱਕ ਵਾਈਟ ਹਿੱਸਾ ਨਜ਼ਰ ਆਉਂਦਾ, ਦੈਟ ਇਜ਼ ਸਕਲੀਰਾ। ਆਊਟਰ ਵਾਲੀ ਕਵਰਿੰਗ ਜਿਹੜੀ ਆਊਟਰ ਵਾਲੀ ਲੇਅਰ ਹੈ ਉਹ ਸਾਡਾ ਸਕਲੇਰਾ ਹੈ। ਪਿਊਪਿਲ ਇੱਕ ਬਹੁਤ ਹੀ ਸਮੌਲ ਜਿਹੜਾ ਪੁਆਇੰਟ ਹੈ ਜਿੱਥੋਂ ਦੀ ਇੱਕ ਡਾਇਰੈਕਟ ਲਾਈਟ ਜਿਹੜੀ ਹੈ ਉਹ ਸਾਡੀ ਅੱਖ ਦੇ ਵਿੱਚ ਐਂਟਰ ਕਰਦੀ ਹੈ। ਠੀਕ ਹੈ ਜੀ। ਐਂਡ ਲੈਫਟ ਇਜ਼ ਆਇਰਸ। ਆਇਰਸ ਜਿਹੜਾ ਹੈ ਉਹ ਸਾਡੀ ਅੱਖ ਨੂੰ ਇੱਕ ਰੰਗ ਦਿੰਦਾ। ਤੁਸੀਂ ਦੇਖਿਆ ਹੋਣਾ ਕਿ ਜਿਹੜਾ ਕੁਝ ਲੋਕਾਂ ਦੀ ਜਿਹੜੀ ਅੱਖ ਦਾ ਰੰਗ ਹੈ ਉਹ ਬਲੈਕ ਹੁੰਦਾ ਹੈ, ਕੁਝ ਦਾ ਬਰਾਊਨ ਹੈ, ਕੁਝ ਦਾ ਹੇਜ਼ਲ ਹੈ, ਕਿਸੇ ਦਾ ਲਾਈਟ ਬਲੂ ਆ ਜਾਂਦਾ ਹੈ। ਸੋ ਇਹ ਜਿਹੜਾ ਕਲਰ ਹੈ ਅੱਖ ਦਾ, ਦੈਟ ਇਜ਼ ਡਿਊ ਟੂ ਆਇਰਸ। ਠੀਕ ਹੈ ਜੀ। ਸੋ ਆਈ ਹੋਪ ਕਿ ਤੁਹਾਨੂੰ ਇਹ ਵਾਲਾ ਕੁਐਸਚਨ ਸਮਝ ਲੱਗ ਗਿਆ ਹੋਏਗਾ। ਸੋ ਰੈਟੀਨਾ ਇਜ਼ ਦੀ ਥਰਡ ਐਂਡ ਇਨਰ ਮੋਸਟ ਲੇਅਰ ਜਿੱਥੇ ਕਿਸੇ ਵੀ ਆਬਜੈਕਟ ਦੀ ਇਮੇਜ ਜਿਹੜੀ ਆ ਉਹ ਸਾਡੀ ਅੱਖ ਦੇ ਵਿੱਚ ਬਣਦੀ ਹੈ। ਸੋ ਨੈਕਸਟ ਕੁਐਸਚਨ ਇਜ਼, in field test which crop was first to be genetically modified by a molecular biologist in US Department of Agriculture in Urbana to improve photosynthesis by streamlining photorespiration and increased plant growth by over 40%? ਕਹਿੰਦਾ ਕਿ ਅਗਰ ਅਸੀਂ ਫੀਲਡ ਟੈਸਟ ਦੀ ਗੱਲ ਕਰੀਏ ਤਾਂ ਕਿਹੜੀ ਕ੍ਰੌਪ ਜਿਹੜੀ ਆ ਉਹ ਸਭ ਤੋਂ ਪਹਿਲਾਂ ਜੈਨੇਟਿਕਲੀ ਮੋਡੀਫਾਈ ਕਰਕੇ ਬਣਾਈ ਗਈ ਸੀ, ਕਿਹਦੇ ਦੁਆਰਾ? ਮੋਲੀਕੂਲਰ ਬਾਇਓਲੋਜਿਸਟ ਜਿਨ੍ਹਾਂ ਨੇ US ਡਿਪਾਰਟਮੈਂਟ ਆਫ ਐਗਰੀਕਲਚਰ 'ਚ ਕੰਮ ਕੀਤਾ ਸੀਗਾ, ਤਾਂ ਕਿ ਅਸੀਂ ਜਿਹੜਾ ਸਾਡਾ ਪਲਾਂਟ ਜਿਹਦੇ ਉੱਤੇ ਵੀ ਕੰਮ ਕੀਤਾ ਸੀਗਾ ਉਹਦਾ ਜਿਹੜਾ ਗਰੋਥ ਹੈ ਉਹਨੂੰ 40% ਤੱਕ ਵਧਾ ਦਈਏ। ਲੇਕਿਨ ਕਿਹਨੂੰ ਆਪਾਂ ਸਹੀ ਕਰਨਾ? ਉਹਦੀ ਫੋਟੋ ਰੈਸਪੀਰੇਸ਼ਨ ਨੂੰ। ਸੋ ਇੱਕ ਕਰੰਟ ਬੇਸਡ ਕੁਐਸਚਨ ਵੀ ਹੋ ਸਕਦਾ ਔਰ GK ਬੇਸਡ ਵੀ ਹੋ ਸਕਦਾ ਕਿ ਸਭ ਤੋਂ ਪਹਿਲਾਂ ਜੈਨੇਟਿਕਲੀ ਮੋਡੀਫਾਈਡ ਕ੍ਰੌਪ ਕਿਹੜੀ ਸੀਗੀ US ਦੇ ਵਿੱਚ ਜਿਹੜੇ ਆ ਡਿਪਾਰਟਮੈਂਟ ਆਫ ਐਗਰੀਕਲਚਰ ਨੇ ਕੀਤੀ ਸੀ ਜਿਹਦੇ ਨਾਲ ਉਹਦਾ 40% ਪਲਾਂਟ ਦੀ ਗਰੋਥ ਜਿਹੜੀ ਉਹਨੂੰ ਇਨਕਰੀਜ਼ ਕੀਤਾ ਗਿਆ। ਸੋ ਇਟ ਵਾਸ ਟੋਬੈਕੋ। ਠੀਕ ਹੈ ਜੀ। ਟੋਬੈਕੋ ਜਿਹੜਾ ਹੈ ਉਹ ਇੱਦਾਂ ਦੀ ਕ੍ਰੌਪ ਸੀ ਜਿਹਨੂੰ ਆਪਾਂ ਜੈਨੇਟਿਕਲੀ ਮੋਡੀਫਾਈ ਕੀਤਾ ਸੀ। ਜੈਨੇਟਿਕਲੀ ਮੋਡੀਫਿਕੇਸ਼ਨ ਜਿਹੜਾ ਹੈ ਉਹ ਬਾਇਓਟੈਕਨੋਲੋਜੀਕਲ ਟੈਕਨੀਕ ਹੈ ਜਿਹਦੇ ਵਿੱਚ ਅਸੀਂ ਕੀ ਕਰਦੇ ਹਾਂ,
ਕਿ ਅਸੀਂ ਜੈਨੇਟਿਕ ਇੰਜੀਨੀਅਰਿੰਗ ਨੂੰ ਯੂਜ਼ ਕਰਦੇ ਹੋਏ ਕਿਸੇ ਪਾਰਟਿਕੂਲਰ ਕ੍ਰੌਪ ਦੇ ਡੀਐਨਏ ਦੇ ਵਿੱਚ ਕੁਝ ਚੇਂਜਸ ਕਰਦੇ ਹਾਂ। ਉਹ ਜਿਹੜੇ ਚੇਂਜਸ ਨੇ, ਉਹਨਾਂ ਚੇਂਜਸ ਨੂੰ ਕਰਦੇ ਹੋਏ ਸਾਨੂੰ ਉਹਨਾਂ ਤੋਂ ਬਹੁਤ ਸਾਰੇ ਬੈਨੀਫਿਟਸ ਮਿਲਦੇ ਨੇ। ਸੋ ਹੁਣ ਤੱਕ ਤੁਸੀਂ ਜੈਨੇਟਿਕਲੀ ਮੋਡੀਫਾਈਡ ਕ੍ਰੌਪਸ ਦੇ ਵਿੱਚ ਗੋਲਡਨ ਰਾਈਸ ਪੜ੍ਹਿਆ ਹੋਏਗਾ, ਫਲੇਵਰ ਸੇਵਰ ਟੋਮੈਟੋ ਪੜ੍ਹਿਆ ਹੋਏਗਾ। ਇਹਨਾਂ ਦੇ ਉੱਤੇ ਬਹੁਤ ਹੀ ਰੈਂਡਮ ਕੁਐਸਚਨਸ ਵੀ ਪੁੱਛੇ ਜਾਂਦੇ ਨੇ। ਸੋ ਆਈ ਹੋਪ ਕਿ ਤੁਸੀਂ ਇਸ ਚੀਜ਼ ਨੂੰ ਬਹੁਤ ਅੱਛੀ ਤਰ੍ਹਾਂ ਪੜ੍ਹੋਗੇ ਐਂਡ ਆਈ ਹੋਪ ਕਿ ਤੁਸੀਂ GMOs ਨੂੰ ਇੱਕ ਵਾਰ ਅੱਛੀ ਤਰ੍ਹਾਂ ਪੜ੍ਹ ਲਓ। ਔਰ ਮੈਂ ਟਰਾਈ ਕਰਾਂਗੀ ਕਿ ਮੈਂ GMOs ਦੇ ਉੱਤੇ ਇੱਕ ਲੈਕਚਰ ਵੀ ਤਿਆਰ ਕਰਾਂ। ਸੋ ਦੀਜ਼ ਵਰ ਦੀ ਕੁਐਸਚਨਸ ਜੋ ਸਾਡੇ ਲਾਸਟ ਵਾਲੇ ਪੇਪਰਾਂ ਦੇ ਵਿੱਚ ਪੁੱਛੇ ਗਏ ਸੀਗੇ। ਸੋ ਮੇਰਾ ਤੁਹਾਨੂੰ ਇਹੀ ਸੁਝਾਅ ਰਹੇਗਾ ਕਿ ਇਹਨਾਂ ਚੀਜ਼ਾਂ ਨੂੰ, ਇਹਨਾਂ ਕੁਐਸਚਨਸ ਨੂੰ ਰਿਵਾਈਜ਼ ਕਰਦੇ ਰਹੋ। ਅਤੇ ਪ੍ਰੀਵੀਅਸ ਈਅਰ ਕੁਐਸਚਨਸ ਕਰਨ ਦਾ ਸਾਡੇ ਕੋਲ ਇਹੀ ਮੋਟਿਵ ਹੈ ਕਿ ਸਾਨੂੰ ਇੱਕ ਵੇ ਆਊਟ ਪਤਾ ਚੱਲੇ ਕਿ ਕਿਸ ਤਰ੍ਹਾਂ ਦੇ ਕੁਐਸਚਨਸ ਪੁੱਛੇ ਜਾਂਦੇ ਨੇ। ਔਰ ਸਿਰਫ ਰਟਾਫਿਕੇਸ਼ਨ ਹੀ ਨਹੀਂ ਕਰਨਾ, ਕ੍ਰੈਮ ਵਾਲਾ ਪੋਰਸ਼ਨ ਨਹੀਂ ਰੱਖਣਾ ਹੈ। ਇਹਨਾਂ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਹੈ, ਕਿਉਂਕਿ ਅੱਜ ਜੇਕਰ ਤੁਹਾਨੂੰ ਕੁਐਸਚਨ ਫਸਟ ਵਾਲੇ ਕੁਐਸਚਨ ਦੇ ਵਿੱਚ ਅਗਰ ਗੱਲ ਕਰੀਏ ਤਾਂ ਅਗਰ ਤੁਹਾਨੂੰ ਅੱਜ ਫੰਗਸ ਤੋਂ ਕੁਐਸਚਨ ਆਇਆ ਤਾਂ ਹੋ ਸਕਦਾ ਹੈ ਕੱਲ੍ਹ ਨੂੰ ਇਹ ਵੀ ਆ ਜਾਏ ਕਿ ਟਿਊਬਰਕਲੋਸਿਸ ਕਿਹੜੀ ਬਿਮਾਰੀ ਹੈ, ਕਿਹਦੇ ਥਰੂ ਕਾਜ਼ ਕੀਤੀ ਜਾਂਦੀ ਹੈ। ਸੋ ਇਸੇ ਕਰਕੇ ਮੈਂ ਇਹਨਾਂ ਸਾਰਿਆਂ ਦੇ ਆਨਸਰਸ ਜਿਹੜੇ ਨੇ ਉਹ ਨਾਲ ਲਗਾ ਦਿੱਤੇ ਨੇ। ਸੋ ਕਾਈਂਡਲੀ ਰਿਵਾਈਜ਼ ਇਟ, ਪੜ੍ਹੋ ਇਹਨੂੰ। ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਡਾਊਟ ਆਉਂਦਾ ਹੈ ਤਾਂ ਆਸਕ ਮੀ, ਟੈਕਸਟ ਮੀ। ਥੈਂਕ ਯੂ ਵੈਰੀ ਮਚ। ਜੈ ਹਿੰਦ।